ਸਵਾਗਤ ਕਰਦੀ ਹਾਂ ਪਿਆਰੇ ਸਾਥੀਓ ਸਭ ਦਾ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇੱਕ ਮਿੰਟ ਬਈ ਨੈੱਟ ਬੰਦ ਕਰ ਲਈਏ, ਐਵੇਂ ਨੋਟੀਫਿਕੇਸ਼ਨ ਆਉਂਦੇ ਰਹਿਣੇ ਆ ਅਤੇ ਫਿਰ ਕਹਾਣੀ ਪੜ੍ਹਨ 'ਚ ਸਵਾਦ ਨਹੀਂ ਆਉਣਾ ਹੈ ਨਾ। ਤਾਂ ਵੀ ਅੱਜ ਆਪਾਂ ਕਹਾਣੀ ਪੜ੍ਹਨੀ ਆ ਡਾਕਟਰ ਦਲੀਪ ਕੌਰ ਟਿਵਾਣਾ ਜੀ ਦੁਆਰਾ ਰਚਿਤ ਤੇਰਾ ਕਮਰਾ ਮੇਰਾ ਕਮਰਾ। ਤੇਰਾ ਕਮਰਾ ਮੇਰਾ ਕਮਰਾ ਉਹਨਾਂ ਦੀ ਕਹਾਣੀ ਬਹੁਤ ਜ਼ਿਆਦਾ ਚਰਚਿਤ ਆ, ਠੀਕ ਹੈ, ਪ੍ਰਸਿੱਧ ਆ ਉਹਨਾਂ ਦੀ ਇਹ ਕਹਾਣੀ। ਅਤੇ ਆਪਾਂ ਪੜ੍ਹਦੇ ਹਾਂ ਬਈ, ਧਿਆਨ ਦੇ ਨਾਲ ਸੁਣ ਲੈਣਾ। ਦਫ਼ਤਰ ਵਿੱਚ ਮੇਰਾ ਕਮਰਾ ਅਤੇ ਤੇਰਾ ਕਮਰਾ ਨਾਲੋਂ ਨਾਲ ਹਨ, ਫਿਰ ਵੀ ਨਾ ਇਹ ਕਮਰਾ ਉਸ ਵੱਲ ਜਾ ਸਕਦਾ ਹੈ ਅਤੇ ਨਾ ਉਹ ਕਮਰਾ ਇਸ ਵੱਲ ਆ ਸਕਦਾ ਹੈ। ਦੋਵਾਂ ਦੀ ਆਪੋ ਆਪਣੀ ਸੀਮਾ ਹੈ, ਦੋਹਾਂ ਦੇ ਵਿਚਕਾਰ ਇੱਕ ਦੀਵਾਰ ਹੈ। ਦੀਵਾਰ ਬੜੀ ਪਤਲੀ ਜਿਹੀ ਹੈ। ਭੁੱਲ ਭੁਲੇਖੇ ਵੀ ਜੇ ਉੱਧਰ ਤੇਰਾ ਹੱਥ ਵੱਜਦਾ ਤਾਂ ਆਵਾਜ਼ ਮੇਰੇ ਕਮਰੇ ਵਿੱਚ ਪਹੁੰਚ ਜਾਂਦੀ ਹੈ। ਇੱਕ ਦਿਨ ਖਬਰੇ ਕੋਈ ਇਸ ਦੀਵਾਰ ਵਿੱਚ ਤੇਰੇ ਵਾਲੇ ਪਾਸੇ ਕਿੱਲ ਗੱਡ ਰਿਹਾ ਸੀ। ਮੇਰੇ ਕਮਰੇ ਦੀਆਂ ਸਾਰੀਆਂ ਦੀਵਾਰਾਂ ਧਮਕ ਰਹੀਆਂ ਸਨ। ਮੈਂ ਉੱਠ ਕੇ ਬਾਹਰ ਗਈ ਕਿ ਦੇਖਾਂ, ਪਰ ਤੇਰੇ ਕਮਰੇ ਦੇ ਬੂਹੇ ਉੱਤੇ ਭਾਰੀ ਪਰਦਾ ਲਟਕ ਰਿਹਾ ਸੀ। ਮੈਂ ਪਰਤ ਆਈ। ਅੱਜ ਕੱਲ੍ਹ ਲੋਕ ਆਮ ਹੀ ਬੂਹੇ ਬਾਰੀਆਂ ਉੱਤੇ ਭਾਰੀ ਪਰਦੇ ਲਾਈ ਰੱਖਦੇ ਹਨ ਤਾਂ ਜੋ ਬਾਹਰੋਂ ਕਿਸੇ ਨੂੰ ਕੁਝ ਨਾ ਦਿਸੇ। ਪਰਦਾ ਤਾਂ ਮੇਰੇ ਕਮਰੇ ਦੇ ਬੂਹੇ ਅੱਗੇ ਵੀ ਹੈ। ਮੈਨੂੰ ਖਿਆਲ ਆਇਆ, ਕਦੇ ਕਦੇ ਜਦੋਂ ਕਿਸੇ ਗੱਲੋਂ ਤੂੰ ਚਪੜਾਸੀ ਨਾਲ ਉੱਚਾ ਬੋਲਦਾ ਹੈ ਤਾਂ ਮੈਂ ਕੰਮ ਕਰਦੀ ਕਰਦੀ ਕਲਮ ਰੱਖ ਕੇ ਬੈਠ ਜਾਂਦੀ ਹਾਂ। ਮੇਰਾ ਮਨ ਕਰਦਾ ਹੈ ਤੈਨੂੰ ਪੁੱਛਾਂ ਕੀ ਗੱਲ ਹੋ ਗਈ, ਪਰ ਫਿਰ ਖਿਆਲ ਆਉਂਦਾ ਤੈਨੂੰ ਸ਼ਾਇਦ ਇਹ ਚੰਗਾ ਨਾ ਲੱਗੇ। ਜਦੋਂ ਤੂੰ ਚਪੜਾਸੀ ਨਾਲ ਉੱਚਾ ਬੋਲ ਰਿਹਾ ਸਾਂ ਤਾਂ ਮੈਂ ਸੁਣ ਰਹੀ ਸਾਂ। ਤੈਨੂੰ ਤਾਂ ਇਸ ਗੱਲ ਦਾ ਵੀ ਖਿਆਲ ਨਹੀਂ ਰਹਿੰਦਾ ਕਿ ਤੂੰ ਡੂੰਘਾ ਸਾਹ ਵੀ ਭਰੇ ਤਾਂ ਨਾਲ ਦੇ ਕਮਰੇ ਵਿੱਚ ਸੁਣਾਈ ਦੇ ਜਾਂਦਾ ਹੈ। ਇੱਕ ਦਿਨ ਮੇਰੇ ਕਮਰੇ ਵਿੱਚ ਚੱਲਦਾ ਚੱਲਦਾ ਪੱਖਾ ਬੰਦ ਹੋ ਗਿਆ। ਸ਼ਾਇਦ ਬਿਜਲੀ ਚਲੇ ਗਈ ਸੀ। ਕੁਝ ਮਿੰਟ ਮੈਂ ਉਡੀਕਦੀ ਰਹੀ, ਫਿਰ ਗਰਮੀ ਤੋਂ ਘਬਰਾ ਕੇ ਮੈਂ ਕਮਰੇ ਤੋਂ ਬਾਹਰ ਬਰਾਂਡੇ ਵਿੱਚ ਆ ਗਈ। ਦੋਹਾਂ ਕਮਰਿਆਂ ਦੇ ਅੱਗੇ ਸਾਂਝਾ ਹੈ। ਮੈਨੂੰ ਪਤਾ ਸੀ ਤੇਰੇ ਕਮਰੇ ਦਾ ਪੱਖਾ ਵੀ ਬੰਦ ਹੋ ਗਿਆ ਹੋਵੇਗਾ, ਫਿਰ ਵੀ ਮੈਂ ਜ਼ਰਾ ਕੁ ਤੇਰੇ ਕਮਰੇ ਅੰਦਰ ਝਾਕ ਕੇ ਪੁੱਛਿਆ, ਤੁਹਾਡਾ ਪੱਖਾ ਚੱਲਦਾ ਹੈ? ਮੇਰਾ ਭਾਵ ਸੀ ਜੇ ਨਹੀਂ ਚੱਲਦਾ ਤਾਂ ਤੂੰ ਵੀ ਸਾਂਝੇ ਬਰਾਂਡੇ ਵਿੱਚ ਆ ਜਾਵੇਂ। ਜਦੋਂ ਅੰਦਰ ਹੁਮਸ ਹੋਵੇ ਪਲ ਦੋ ਪਲ ਲਈ ਬਾਹਰ ਆ ਜਾਣ ਵਿੱਚ ਕੋਈ ਡਰ ਨਹੀਂ ਹੁੰਦਾ। ਨਹੀਂ, ਪੱਖਾ ਤਾਂ ਨਹੀਂ ਚੱਲਦਾ, ਪਰ ਮੈਂ ਪਿਛਲੀ ਵਾਰੀ ਖੋਲ੍ਹ ਲਈ ਹੈ, ਤੂੰ ਆਖਿਆ। ਪਰ ਮੈਨੂੰ ਖਬਰੇ ਪਿਛਲੀ ਵਾਰੀ ਦਾ ਖਿਆਲ ਹੀ ਨਹੀਂ ਸੀ ਆਇਆ, ਇਸ ਲਈ ਮੈਂ ਕਮਰੇ ਤੋਂ ਬਾਹਰ ਆ ਗਈ ਸੀ। ਇੱਕ ਦਿਨ ਕੰਮ ਕਰਦਿਆਂ ਮੇਰੇ ਹੱਥੋਂ ਕਲਮ ਡਿੱਗ ਪਈ, ਨਿੱਬ ਵਿੰਗੀ ਹੋ ਗਈ। ਉਸ ਦਿਨ ਮੈਨੂੰ ਖਿਆਲ ਆਇਆ ਸੀ ਕਿ ਤੇਰੇ ਕਮਰੇ ਵਿੱਚੋਂ ਕੋਈ ਕਲਮ ਮੰਗਵਾ ਲਵਾਂ, ਪਰ ਇਸ ਡਰੋਂ ਕਿ ਖਬਰੇ ਤੂੰ ਆਖ ਭੇਜੇ ਕਿ ਮੇਰੇ ਕੋਲ ਵਾਧੂ ਕਲਮ ਨਹੀਂ, ਮੈਂ ਇਹ ਹੌਸਲਾ ਹੀ ਨਾ ਕਰ ਸਕੀ। ਬਹੁਤੀ ਵਾਰ ਇਉਂ ਹੀ ਹੁੰਦਾ ਹੈ ਕਿ ਅਸੀਂ ਆਪ ਹੀ ਸਵਾਲ ਕਰਦੇ ਹਾਂ ਅਤੇ ਆਪ ਹੀ ਉਸਦਾ ਜਵਾਬ ਲੈਂਦੇ ਹਾਂ। ਕਦੇ ਕਦੇ ਮੈਂ ਸੋਚਦੀ ਹਾਂ ਕਿ ਜੇ ਭਲਾ ਦੋਹਾਂ ਕਮਰਿਆਂ ਦੇ ਵਿਚਕਾਰਲੀ ਇਹ ਦੀਵਾਰ ਟੁੱਟ ਜਾਵੇ, ਪਰ ਇਸ ਨਾਲ ਤੇਰਾ ਕਮਰਾ ਸਾਬਤ ਨਹੀਂ ਰਹਿ ਜਾਵੇਗਾ, ਮੇਰਾ ਕਮਰਾ ਵੀ ਸਾਬਤ ਨਹੀਂ ਰਹਿ ਜਾਵੇਗਾ। ਫਿਰ ਵੀ ਇਉਂ ਹੀ ਲੱਗਿਆ ਕਰੇਗਾ ਜਿਵੇਂ ਖੁੱਲ੍ਹਾ ਸਾਰਾ ਵੱਡਾ ਜਿਹਾ ਇੱਕੋ ਕਮਰਾ ਹੋਵੇ, ਪਰ ਇਉਂ ਕਰਨਾ ਸ਼ਾਇਦ ਠੀਕ ਨਾ ਹੋਵੇ। ਬਣਾਉਣ ਵਾਲੇ ਨੇ ਕੁਝ ਸੋਚ ਕੇ ਹੀ ਇਹ ਵੱਖੋ ਵੱਖਰੇ ਬਣਾਏ ਹੋਣੇ ਨੇ। ਕਦੇ ਕਦੇ ਮੈਨੂੰ ਇਉਂ ਲੱਗਦਾ ਜਿਵੇਂ ਮੈਂ ਇਸ ਪੱਕੀ ਸੀਮਟ ਦੀਵਾਰ ਦੇ ਵਿੱਚੋਂ ਦੀ ਦੇਖ ਸਕਦੀ ਹਾਂ। ਤਦ ਹੀ ਤਾਂ ਮੈਨੂੰ ਪਤਾ ਲੱਗ ਜਾਂਦਾ ਕਿ ਅੱਜ ਤੂੰ ਕੰਮ ਨਹੀਂ ਕਰ ਰਿਹਾ। ਕਦੇ ਛੱਤ ਵੱਲ ਤੱਕਣ ਲੱਗ ਜਾਂਦਾ ਹੈ ਅਤੇ ਕਦੇ ਹੱਥ ਦੀਆਂ ਲਕੀਰਾਂ ਵੱਲ, ਕਦੇ ਫਾਈਲਾਂ ਖੋਲ੍ਹ ਲੈਂਦਾ ਹੈ, ਕਦੇ ਬੰਦ ਕਰ ਦਿੰਦਾ ਹੈ, ਕਦੇ ਬੂਟ ਲਾ ਲੈਂਦਾ ਹੈ ਅਤੇ ਕਦੇ ਪਾ ਲੈਂਦਾ ਹੈ। ਕਦੇ ਕਦੇ ਤੂੰ ਬਹੁਤ ਖੁਸ਼ ਹੁੰਦਾ ਹੈ, ਉਦੋਂ ਮੇਜ਼ ਉੱਤੇ ਪਏ ਪੇਪਰ ਵੇਟ ਨੂੰ ਘੁਮਾਉਣ ਲੱਗ ਜਾਂਦਾ ਹੈ, ਹੌਲੀ ਹੌਲੀ ਸੀਟੀ ਮਾਰਦਾ ਹੈ। ਇਸ ਕੰਧ ਉੱਤੇ ਹੱਥ ਲਾ ਕੇ ਕੁਰਸੀ ਉੱਤੇ ਬੈਠਾ ਧਰਤੀ ਉੱਤੇ ਪੈਰ ਚੁੱਕ ਲੈਂਦਾ ਹੈ। ਉਸ ਵੇਲੇ ਮੈਂ ਇੱਧਰ ਜ਼ਰਾ ਵੀ ਖੜਾਕ ਨਹੀਂ ਹੋਣ ਦਿੰਦੀ, ਮਤਾ ਤੂੰ ਚੌਂਕ ਪਵੇਂ। ਕਦੇ ਕਦੇ ਆਉਣ ਜਾਂ ਜਾਣ ਵੇਲੇ ਤੂੰ ਕਮਰੇ ਤੋਂ ਬਾਹਰ ਨਿਕਲ ਪੈਂਦਾ ਹੈ। ਸੁਣਾਓ ਕੀ ਹਾਲ ਹੈ ਪੁੱਛਦਾ ਹੈ। ਠੀਕ ਹੈ, ਮੈਂ ਜ਼ਰਾ ਕੁ ਹੱਸ ਕੇ ਆਖਦੀ ਹਾਂ ਅਤੇ ਤੂੰ ਆਪਣੇ ਕਮਰੇ ਵਿੱਚ ਚਲਿਆ ਜਾਂਦਾ ਹੈ ਅਤੇ ਮੈਂ ਆਪਣੇ ਕਮਰੇ ਵਿੱਚ। ਨਾ ਉਹ ਕਮਰਾ ਇੱਧਰ ਆ ਸਕਦਾ ਅਤੇ ਨਾ ਇਹ ਕਮਰਾ ਉੱਧਰ ਜਾ ਸਕਦਾ ਹੈ। ਦੋਹਾਂ ਦੀ ਆਪਣੀ ਆਪਣੀ ਸੀਮਾ ਹੈ, ਦੋਹਾਂ ਦੇ ਵਿਚਕਾਰ ਇੱਕ ਦੀਵਾਰ ਹੈ। ਭਾਵੇਂ ਦੀਵਾਰ ਹੈ, ਫਿਰ ਵੀ ਜਿਸ ਦਿਨ ਤੂੰ ਦਫ਼ਤਰ ਨਾ ਆਵੇ, ਆਪਣੇ ਕਮਰੇ ਵਿੱਚ ਨਾ ਬੈਠਾ ਹੋਵੇ, ਮੈਨੂੰ ਕੁਝ ਅਜੀਬ ਜਿਹਾ ਲੱਗਦਾ ਹੈ। ਉਸ ਦਿਨ ਮੈਂ ਵੀ ਕਈ ਵਾਰ ਘੜੀ ਦੇਖਦੀ ਹਾਂ, ਕਈ ਵਾਰ ਪਾਣੀ ਪੀਂਦੀ ਹਾਂ, ਲੋਕਾਂ ਨੂੰ ਟੈਲੀਫੋਨ ਕਰਦੀ ਰਹਿੰਦੀ ਹਾਂ, ਇਕੱਠਾ ਹੋਇਆ ਪਿਛਲਾ ਕੰਮ ਮੁਕਾ ਸੁੱਟਦੀ ਹਾਂ। ਅੱਜ ਸਾਹਿਬ ਨਹੀਂ ਆਏ, ਉੱਧਰੋਂ ਲੰਘਦੀ ਕਰਦੀ ਤੇਰੇ ਚਪੜਾਸੀ ਨੂੰ ਪੁੱਛਦੀ ਹਾਂ। ਫਿਰ ਉਹ ਆਪ ਹੀ ਦੱਸ ਦਿੰਦਾ ਕਿ ਸਾਹਿਬ ਬਾਹਰ ਗਏ ਹੋਏ ਹਨ, ਕਿ ਸਾਹਿਬ ਦੇ ਰਿਸ਼ਤੇਦਾਰ ਆਏ ਹੋਏ ਹਨ, ਕਿ ਸਾਹਿਬ ਦੀ ਤਬੀਅਤ ਠੀਕ ਨਹੀਂ, ਕਿ ਸਾਹਿਬ ਦੇ ਕਿੰਨੇ ਦਿਨ ਛੁੱਟੀ ਲਈ ਹੈ। ਇਹਨਾਂ ਦਿਨਾਂ ਵਿੱਚ ਮੈਨੂੰ ਬੜੀਆਂ ਫਜ਼ੂਲ ਗੱਲਾਂ ਸੁਝਦੀਆਂ ਰਹਿੰਦੀਆਂ ਨੇ ਕਿ ਅੱਜ ਤੋਂ 100 ਸਾਲ ਪਹਿਲਾਂ ਇਸ ਕਮਰੇ ਵਿੱਚ ਕੌਣ ਬੈਠਾ ਹੋਵੇਗਾ। ਨਾਲ ਲਾਗੇ ਤੜਕਾ ਲੱਗ ਰਿਹਾ ਅਤੇ ਮੈਨੂੰ ਮਿਰਚ ਦੇ ਕਰਕੇ ਥੋੜ੍ਹਾ ਖਾਂਸੀ ਆ ਰਹੀ,
ਕਿ ਸੁੱਝਦੀਆਂ ਰਹਿੰਦੀਆਂ ਨੇ ਕਿ ਅੱਜ ਤੋਂ 100 ਸਾਲ ਪਹਿਲਾਂ ਇਸ ਕਮਰੇ ਵਿੱਚ ਕੌਣ ਬੈਠਦਾ ਹੋਵੇਗਾ, ਨਾਲ ਵਾਲੇ ਕਮਰੇ ਵਿੱਚ ਹੀ ਕੋਈ ਬੈਠਦਾ ਹੋਵੇਗਾ। ਅੱਜ ਤੋਂ 100 ਸਾਲ ਪਹਿਲਾਂ ਇਸ ਕਮਰੇ ਵਿੱਚ ਕੌਣ ਬੈਠਾ ਹੋਵੇਗਾ, ਨਾਲ ਵਾਲੇ ਕਮਰੇ ਵਿੱਚ ਕੌਣ ਬੈਠਾ ਹੋਵੇਗਾ। ਬੰਦੇ ਮਰ ਕਾਹਤੋਂ ਜਾਂਦੇ ਨੇ, ਫਿਰ ਖਿਆਲ ਆਉਂਦਾ ਬੰਦੇ ਪੈਦਾ ਹੀ ਕਾਹਤੋਂ ਹੁੰਦੇ ਨੇ। ਅਤੇ ਫਿਰ ਇਹਨਾਂ ਗੱਲਾਂ ਤੋਂ ਘਬਰਾ ਕੇ ਮੈਂ ਦਫ਼ਤਰ ਵਿੱਚ ਕੰਮ ਕਰਨ ਵਾਲੀਆਂ ਹੋਰਨਾਂ ਨੂੰ ਮਿਲਣ ਤੁਰੀ ਰਹਿੰਦੀਆਂ। ਆਈ ਨਹੀਂ ਇੰਨੇ ਦਿਨ, ਪਤਾ ਹੋਣ ਦੇ ਬਾਵਜੂਦ ਮੈਂ ਤੈਨੂੰ ਪੁੱਛਦੀ ਹਾਂ। ਬਿਮਾਰ ਸੀ, ਤੂੰ ਆਖਦਾ ਹੈ ਹੁਣ ਤਾਂ ਠੀਕ ਹੋ? ਹਾਂ ਠੀਕ ਹਾਂ, ਮਿਹਰਬਾਨੀ। ਆਖ ਤੂੰ ਆਪਣੇ ਕਮਰੇ ਵਿੱਚ ਚਲਿਆ ਜਾਂਦਾ ਹੈ ਅਤੇ ਮੈਂ ਆਪਣੇ ਕਮਰੇ ਵਿੱਚ ਚਲੀ ਜਾਂਦੀ ਹਾਂ। ਤੂੰ ਆਪਣਾ ਕੰਮ ਕਰਨ ਲੱਗ ਜਾਂਦਾ ਹੈ ਅਤੇ ਮੈਂ ਆਪਣਾ। ਇੱਕ ਵਾਰੀ ਮੈਂ ਕਈ ਦਿਨ ਛੁੱਟੀ 'ਤੇ ਰਹੀ। ਬੀਬੀ ਜੀ ਆ ਨਹੀਂ ਰਹੇ? ਤੂੰ ਮੇਰੇ ਚਪੜਾਸੀ ਨੂੰ ਪੁੱਛਿਆ। ਉਹ ਜੀ ਬਿਮਾਰ ਨੇ, ਉਸਨੇ ਦੱਸਿਆ। ਅੱਛਾ 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 ਅੱਛਾ, ਆਖ ਤੂੰ ਆਪਣੇ ਕਮਰੇ ਵਿੱਚ ਚਲਿਆ ਗਿਆ। ਘਰ ਡਾਕ ਦੇਣ ਆਏ ਚਪੜਾਸੀ ਨੇ ਮੈਨੂੰ ਇਹ ਦੱਸਿਆ। ਅਗਲੇ ਦਿਨ ਜਦੋਂ ਬੁਖਾਰ ਜ਼ਰਾ ਘੱਟ ਸੀ ਤਾਂ ਮੈਂ ਦਫ਼ਤਰ ਆ ਗਈ। ਤੈਨੂੰ ਸ਼ਾਇਦ ਪਤਾ ਨਹੀਂ ਸੀ, ਉਸ ਦਿਨ ਤੂੰ 2-3 ਵਾਰ ਚਪੜਾਸੀ ਨੂੰ ਡਾਂਟਿਆ, ਕਈ ਵਾਰ ਕਾਗਜ਼ ਫਾੜੇ ਜਿਵੇਂ ਗਲਤ ਲਿਖਿਆ ਗਿਆ ਹੋਵੇ। ਇੱਕ ਦੋ ਮਿਲਣ ਆਇਆਂ ਨੂੰ ਤੂੰ ਕੋਹਾਂ ਭੇਜਿਆ ਕਿ ਕਿਸੇ ਦਿਨ ਫੇਰ ਆਉਣਾ। ਕਿਸੇ ਕੰਮ ਤੋਂ ਕਮਰੇ ਤੋਂ ਬਾਹਰ ਗਿਆ, ਮੈਂ ਵੀ ਕਿਸੇ ਕੰਮ ਬਾਹਰ ਨਿਕਲੀ। ਆਏ ਨਹੀਂ ਕਈ ਦਿਨ, ਤੂੰ ਜਾਣਦਿਆਂ ਹੋਇਆ ਪੁੱਛਿਆ। ਬਿਮਾਰ ਸੀ, ਹੁਣ ਤਾਂ ਠੀਕ ਹੋ? ਹਾਂ ਠੀਕ ਆ, ਮਿਹਰਬਾਨੀ। ਆਖ ਮੈਂ ਆਪਣੇ ਕਮਰੇ ਵਿੱਚ ਚਲੇ ਗਈ ਅਤੇ ਤੂੰ ਆਪਣੇ ਕਮਰੇ ਵਿੱਚ ਚਲਿਆ ਗਿਆ। ਨਾ ਇਹ ਕਮਰਾ ਉੱਧਰ ਜਾ ਸਕਦਾ ਹੈ ਅਤੇ ਨਾ ਕਮਰਾ ਇੱਧਰ ਆ ਸਕਦਾ ਹੈ। ਦੋਨਾਂ ਦੀ ਆਪਣੀ ਆਪਣੀ ਸੀਮਾ ਹੈ, ਦੋਵਾਂ ਵਿਚਕਾਰ ਇੱਕ ਦੀਵਾਰ ਹੈ। ਇੱਕ ਕਮਰਾ ਤੇਰਾ ਹੈ ਅਤੇ ਇੱਕ ਕਮਰਾ ਮੇਰਾ ਹੈ। ਫਿਰ ਵੀ ਮੈਂ ਸੋਚਦੀ ਹਾਂ ਇੰਨਾ ਵੀ ਕੀ ਘੱਟ ਹੈ ਕਿ ਦੋਨੋਂ ਕਮਰੇ ਨਾਲੋਂ ਨਾਲ ਹਨ, ਵਿਚਕਾਰ ਇੱਕ ਸਿਰਫ ਦੀਵਾਰ ਹੀ ਤਾਂ ਹੈ। ਧੰਨਵਾਦ। ਕੁਝ ਫਾਸਲੇ ਜ਼ਰੂਰੀ ਹੁੰਦੇ ਆ, ਕੁਝ ਦੀਵਾਰਾਂ ਜ਼ਰੂਰੀ ਹੁੰਦੀਆਂ। ਇਸ ਕਹਾਣੀ ਤੋਂ ਇਹ ਪਤਾ ਲੱਗਦਾ ਨਾ। ਧੰਨਵਾਦ।